Good morning, Rajay. This is your topic quantum numbers. ਜਿਵੇਂ ਆਪਾਂ ਕੁਆਂਟਮ ਮਕੈਨੀਕਲ ਮਾਡਲ ਦੇ ਵਿੱਚ ਪੜ੍ਹ ਚੁੱਕੇ ਸੀ ਹੁਣ ਤੱਕ ਕਿ ਆਪਾਂ ਨੂੰ ਉੱਥੋਂ 3 ਸੋਲਿਊਸ਼ਨ ਮਿਲਦੇ ਆ N, L ਅਤੇ M, ਜਿਹੜੇ ਆਪਾਂ ਨੂੰ ਪੋਜੀਸ਼ਨ ਆਫ ਇਲੈਕਟ੍ਰੋਨ ਦੱਸਦੇ ਆ। ਇਹ 3 ਕੋਆਰਡੀਨੇਟ ਸੀਗੇ, ਠੀਕ ਹੈ, ਸ਼੍ਰੋਡਿੰਜਰ ਵੇਵ ਇਕੁਏਸ਼ਨ ਦੇ ਸੋਲਿਊਸ਼ਨ ਸੀਗੇ, ਠੀਕ ਹੈ। ਤਾਂ ਇਹ ਹੁਣ ਆਪਣੇ ਕੋਲ ਪੋਜੀਸ਼ਨ ਆਫ ਇਲੈਕਟ੍ਰੋਨ ਦੱਸਦੇ ਸੀ। ਜਿਹੜੀ ਪੋਜੀਸ਼ਨ ਆਫ ਇਲੈਕਟ੍ਰੋਨ ਸੀ ਉਹ NLM ਦੱਸਦੇ ਸੀ, ਅਤੇ ਇਹਨਾਂ ਨੂੰ ਕੀ ਨਾਮ ਦਿੱਤਾ ਗਿਆ? ਕੁਆਂਟਮ ਨੰਬਰਸ ਦਾ ਨਾਮ ਦਿੱਤਾ ਗਿਆ। ਇਹ 3 ਸੀ ਜਿਹੜੇ ਸ਼੍ਰੋਡਿੰਜਰ ਵੇਵ ਇਕੁਏਸ਼ਨ ਤੋਂ ਆਏ ਸੀਗੇ, ਅਤੇ ਜਿਹੜੇ ਉਸ ਤੋਂ ਬਾਅਦ ਇੱਕ ਹੋਰ ਐਡ ਕੀਤਾ ਗਿਆ ਸਪਿਨ ਕੁਆਂਟਮ ਨੰਬਰ, ਠੀਕ ਹੈ, S ਦੇ ਨਾਲ ਡਿਨੋਟ ਕਰਦੇ ਹਾਂ ਇਹਨੂੰ ਆਪਾਂ, ਉਹਨੂੰ ਬਾਅਦ ਵਿੱਚ ਐਡ ਕੀਤਾ ਗਿਆ। ਅਤੇ ਇਹਨਾਂ ਚਾਰਾਂ ਨੂੰ ਬਾਅਦ ਵਿੱਚ ਕਲੈਕਟਿਵਲੀ ਕੀ ਕਹਿੰਦੇ ਹਾਂ ਹੁਣ ਆਪਾਂ? ਕੁਆਂਟਮ ਨੰਬਰਸ, ਠੀਕ ਹੈ। ਹੁਣ ਆਪਣੇ ਕੋਲ ਮੀਨਸ ਕੁਆਂਟਮ ਨੰਬਰਸ ਕੀ ਹੈ? these are the set of 4 numbers which gives the address of electron in an atom। ਕਿਉਂਕਿ ਐਟਮ ਦੇ ਵਿੱਚ ਬਹੁਤ ਸਾਰੇ ਇਲੈਕਟ੍ਰੋਨ ਹੈ, ਕਿਹੜਾ ਇਲੈਕਟ੍ਰੋਨ ਕਿੱਥੇ ਪਿਆ ਉਹਦਾ ਐਡਰੈਸ ਕੀ ਹੈ? ਦਿਸ ਵਿਲ ਬੀ ਗਿਵਨ ਬਾਏ ਦਾ ਕੁਆਂਟਮ ਨੰਬਰਸ। ਕੁਆਂਟਮ ਨੰਬਰਸ ਆਰ ਦਾ ਸੈੱਟ ਆਫ ਨੰਬਰਸ, ਠੀਕ ਹੈ। ਇਹ ਸੈੱਟ ਆਫ ਨੰਬਰਸ ਹੈਗੇ ਜਿਹੜੇ ਤੁਹਾਨੂੰ ਪੋਜੀਸ਼ਨ ਆਫ ਇਲੈਕਟ੍ਰੋਨ ਦੱਸਦੇ ਆ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਪਤਾ ਲੱਗਦੀਆਂ। ਇਨ ਸ਼ਾਰਟ ਜਿਹੜਾ ਆਪਾਂ ਕਹਿਣਾ ਹੈਗਾ ਉਹ ਇਹੀ ਕਹਿਣਾ ਵੀ ਇਹ ਆਪਾਂ ਨੂੰ ਐਡਰੈਸ ਆਫ ਇਲੈਕਟ੍ਰੋਨ ਦੱਸਦੇ ਆ, ਠੀਕ ਹੈ। ਹੁਣ ਆ ਗਿਆ ਆਪਣੇ ਕੋਲ ਨੈਕਸਟ ਕਿਹੜੇ ਹੈਗੇ ਆ ਇਹ? ਫਸਟ ਹੈਗਾ ਪ੍ਰਿੰਸੀਪਲ ਕੁਆਂਟਮ ਨੰਬਰ, ਡਿਨੋਟ ਆਪਾਂ ਕਰਦੇ ਹਾਂ ਇਹਨੂੰ ਸਮਾਲ n ਦੇ ਨਾਲ। ਵਟ ਇਟ ਇਜ਼ ਟੈਲਿੰਗ ਅਸ? ਇਟ ਇਜ਼ ਟੈਲਸ ਅਬਾਊਟ ਦਾ ਮੇਨ ਐਨਰਜੀ ਸ਼ੈਲ ਆਫ ਇਲੈਕਟ੍ਰੋਨ। ਇਹ ਮੇਨ ਐਨਰਜੀ ਸ਼ੈਲ ਨੂੰ ਜਿਹੜਾ ਹੈਗਾ ਡਿਨੋਟ ਕਰਦਾ ਹੈਗਾ ਆਪਣੇ ਕੋਲੇ ਕਿ ਕਿਹੜੇ ਮੇਨ ਸ਼ੈਲ ਦੇ ਵਿੱਚ ਜਿਹੜਾ ਹੈਗਾ ਇਲੈਕਟ੍ਰੋਨ ਉਹ ਪਿਆ ਹੈਗਾ, ਠੀਕ ਹੈ। ਉਸ ਤੋਂ ਬਾਅਦ ਹੁਣ ਆ ਗਿਆ ਆਪਣੇ ਕੋਲੇ ਨੈਕਸਟ ਕਿਤੇ, ਕਿਉਂਕਿ ਹੁਣ ਜਿਹੜਾ ਇਲੈਕਟ੍ਰੋਨ ਆ ਉਹ ਕਿਸੇ ਨਾ ਕਿਸੇ ਸ਼ੈਲ ਦੇ ਵਿੱਚ ਤਾਂ ਹੋਊਗਾ ਹੀ, ਠੀਕ ਹੈ। ਤਾਂ ਦੈਟ ਮੀਨਸ ਸ਼ੈਲ ਤਾਂ ਘੱਟੋ ਘੱਟ ਇੱਕ ਸ਼ੈਲ ਤਾਂ ਹੋਊਗਾ ਹੀ ਐਟਮ ਦੇ ਵਿੱਚ। ਦੈਟ ਮੀਨਸ N ਕੈਨ ਨਾਟ ਬੀ ਜ਼ੀਰੋ। N ਹੈ ਜਿਹੜੀ ਉਹ ਜ਼ੀਰੋ ਨਹੀਂ ਹੋ ਸਕਦੀ ਹੈਗੀ, ਕਦੇ ਵੀ ਜ਼ੀਰੋ ਨਹੀਂ ਹੋਊਗੀ। N ਵਿਲ ਬੀ ਸਟਾਰਟਡ ਫਰੋਮ 1 2 3 4, ਠੀਕ ਹੈ। N ਜੇ 1 ਹੈ ਤਾਂ ਉਹਦੇ ਕੋਰਸਪੋਂਡਿੰਗ ਸ਼ੈਲ K ਹੈ, 2 ਹੈ ਤਾਂ L ਹੈ, 3 ਹੈ ਤਾਂ M ਹੈ, N ਹੈ ਤਾਂ 4, ਚੌਥਾ ਮੀਨਸ ਤਾਂ N ਸ਼ੈਲ ਆ ਗਿਆ, ਠੀਕ ਹੈ। ਹੁਣ ਜੇ ਇਸ ਚੀਜ਼ ਨੂੰ ਤੁਸੀਂ ਕੰਪੇਅਰ ਕਰਨਾ ਹੋਵੇ ਤਾਂ ਇਸ ਤਰੀਕੇ ਨਾਲ ਕਰ ਸਕਦੇ ਹੋ। ਮੰਨ ਲਓ ਕੋਈ ਤੁਹਾਨੂੰ ਸਕੂਲ 'ਚ ਮਿਲਣ ਆਉਂਦਾ ਤਾਂ ਉਹ ਤੁਹਾਡੇ ਲਈ ਤੁਹਾਨੂੰ ਘੱਟੋ ਘੱਟ ਤੋਂ 4 ਚੀਜ਼ਾਂ ਨਾਲ ਤੁਸੀਂ ਸਪੈਸੀਫਾਈ ਹੁੰਦੇ ਹੋ, ਠੀਕ ਹੈ। ਜਿਹੜਾ ਤੁਹਾਨੂੰ ਪਰਸਨ ਨਹੀਂ ਜਾਣਦਾ ਤਾਂ ਰਿਸੈਪਸ਼ਨ 'ਤੇ ਆ ਕੇ ਕੀ ਕਹੂਗਾ ਕਿ ਅਸੀਂ ਇਸ ਨਾਮ ਦੇ ਬੰਦੇ ਨੂੰ ਮਿਲਣਾ, ਤਾਂ ਰਿਸੈਪਸ਼ਨ ਵਾਲੇ ਕੀ ਪੁੱਛਣਗੇ? ਉਹਦੀ ਕਲਾਸ ਪੁੱਛਣਗੇ। ਕਲਾਸ ਕੀ ਹੋ ਗਈ ਆਪਣੇ ਕੋਲੇ? +1 ਹੋ ਗਈ। ਕਲਾਸ ਤੋਂ ਬਾਅਦ ਉਹਦੇ ਕੀ ਪੁੱਛਣਗੇ? ਸਟਰੀਮ ਹੋ ਗਈ। ਸਟਰੀਮ ਨੋਨ ਮੈਡੀਕਲ ਔਰ ਸਾਇੰਸ ਹੋ ਗਈ, ਠੀਕ ਹੈ, ਮੈਡੀਕਲ ਨੋਨ ਮੈਡੀਕਲ ਵਾਟ ਐਵਰ। ਸਾਇੰਸ ਸਟਰੀਮ ਹੋ ਗਈ। ਸਟਰੀਮ ਸਾਇੰਸ ਦੇ ਵਿੱਚ ਉਹਦਾ ਸੈਕਸ਼ਨ ਕਿਹੜਾ? ਸੈਕਸ਼ਨ ਤੋਂ ਬਾਅਦ ਫਿਰ ਉਹਦਾ ਕੀ ਪੁੱਛਣਗੇ? ਉਹ ਰੋਲ ਨੰਬਰ, ਕਿਉਂਕਿ ਆ ਕੇ ਉਹਨੇ ਨੇਮ ਤਾਂ ਦੱਸ ਹੀ ਦਿੱਤਾ ਕਿ ਇਸ ਨੇਮ ਦੇ ਪਰਸਨ ਨੂੰ ਮਿਲਣਾ, ਤਾਂ ਉਹ ਉਹਨੂੰ ਕੀ ਪੁੱਛਣਗੇ ਵੀ ਉਹ ਕਲਾਸ ਕਿਹੜੀ ਤੋਂ ਬਿਲੋਂਗ ਕਰਦਾ ਹੈ। ਕਲਾਸ ਤੋਂ ਬਾਅਦ ਜੇ ਉਹਨੇ ਕਹਿਤਾ +1 ਦੇ ਵਿੱਚੋਂ ਫਿਰ ਕੀ ਪੁੱਛਣਗੇ? ਸਟਰੀਮ। ਸਟਰੀਮ ਦੇ ਵਿੱਚੋਂ ਕੀ ਪੁੱਛਣਗੇ? ਸੈਕਸ਼ਨ। ਸੈਕਸ਼ਨ ਤੋਂ ਬਾਅਦ ਕਿੱਥੇ ਜਾਣਗੇ? ਉਹ ਰੋਲ ਨੰਬਰ 'ਤੇ। ਮਤਲਬ ਜਦੋਂ ਉਹਨੇ ਨਾਮ ਦੱਸਿਆ, ਹੁਣ ਜਿਵੇਂ ਆਪਣੇ ਕੋਲੇ ਨੇਮ ਕੀ ਹੈ? ਇਲੈਕਟ੍ਰੋਨ ਹੈ, ਵੀ ਆਪਾਂ ਇਲੈਕਟ੍ਰੋਨ ਦੱਸਤਾ। ਇਲੈਕਟ੍ਰੋਨ ਅੱਗੋਂ ਕਿਹੜੇ ਮੇਨ ਐਨਰਜੀ ਸ਼ੈਲ 'ਚ ਹੈ? ਮੇਨ ਐਨਰਜੀ ਸ਼ੈਲ 'ਚੋਂ ਸਬ ਸ਼ੈਲ ਕਿਹੜਾ, ਠੀਕ ਹੈ, ਅੱਗੇ ਸੋ ਔਨ। ਉਹ ਹੌਲੀ ਹੌਲੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਹੁਣ ਕਲਾਸ +1 ਹੈ, +1 ਦੇ ਵਿੱਚ ਤਾਂ ਬਹੁਤ ਬੱਚੇ ਉਸ ਨਾਮ ਦੇ। ਫਿਰ ਉਹਨੇ ਸਟਰੀਮ ਪੁੱਛ ਲਈ ਕਿ ਥੋੜ੍ਹਾ ਹੋਰ ਛੋਟੇ ਲੈਵਲ 'ਤੇ ਆ ਜੀ, ਆਪਾਂ ਸਟਰੀਮ ਪੁੱਛ ਲਈ ਸਾਇੰਸ। ਸਾਇੰਸ ਸਟਰੀਮ ਦੇ ਵਿੱਚ ਵੀ ਹੁਣ ਅੱਗੋਂ ਮੈਡੀਕਲ ਨੋਨ ਮੈਡੀਕਲ ਹੈਗਾ, ਠੀਕ ਹੈ, ਜਾਂ ਕਹਿ ਲਓ ਕਿ ਉਹਦੇ ਵਿੱਚ ਵੀ ਆਪਣੇ ਕੋਲੇ ਕਾਫੀ ਉਸ ਨਾਮ ਦੇ ਬੱਚੇ ਹੈਗੇ। ਫਿਰ ਉਹਨਾਂ ਨੇ ਪੁੱਛ ਲਿਆ ਵੀ ਸੈਕਸ਼ਨ, ਕਿਉਂਕਿ ਇੱਕ ਸੈਕਸ਼ਨ 'ਚ ਜਾਣਾ ਸੌਖਾ ਉਹਨਾਂ ਨੂੰ। ਫਿਰ ਉਸ ਇੱਕ ਸੈਕਸ਼ਨ 'ਚ ਲੈ ਕੇ ਮੰਨ ਲਓ ਇਹ ਕਹਿਤਾ ਕਿ A ਸੈਕਸ਼ਨ ਨੂੰ ਬਿਲੋਂਗ ਕਰਦਾ। ਉਸ ਸੈਕਸ਼ਨ ਦੇ ਵਿੱਚ ਵੀ ਉਸ ਨਾਮ ਦੇ 2-3 ਬੱਚੇ ਆ, ਤਾਂ ਫਿਰ ਕਿਹਨੂੰ ਬੁਲਾਇਆ? ਫਿਰ ਕਿਹਦੇ ਨਾਲ ਯੂਨੀਕ ਆਈਡੈਂਟੀਫਿਕੇਸ਼ਨ ਤੁਹਾਡੀ ਕਿਹਦੇ ਨਾਲ ਹੁੰਦੀ ਹੈ? ਰੋਲ ਨੰਬਰ ਨਾਲ, ਕਿ ਇਸ ਸੈਕਸ਼ਨ ਦਾ ਇਹ ਰੋਲ ਨੰਬਰ ਹੈ ਅਤੇ ਆਹ ਨਾਮ ਹੈ, ਠੀਕ ਹੈ। ਤਾਂ ਦੈਟ ਮੀਨਸ ਤੁਹਾਡਾ ਐਡਰੈਸ ਇਹਨਾਂ ਚੀਜ਼ਾਂ ਤੋਂ ਪਤਾ ਲੱਗਦਾ, ਉਵੇਂ ਇਲੈਕਟ੍ਰੋਨ ਦਾ ਇਹਨਾਂ ਕੁਆਂਟਮ ਨੰਬਰਸ ਤੋਂ ਪਤਾ ਲੱਗਦਾ, ਠੀਕ ਹੈ। ਹੈਗੇ ਤਾਂ ਇਲੈਕਟ੍ਰੋਨ ਹੀ ਆ ਸਾਰੇ, ਠੀਕ ਹੈ। ਤਾਂ ਮੇਨ ਐਨਰਜੀ ਸ਼ੈਲ ਆਫ ਦਾ ਇਲੈਕਟ੍ਰੋਨ ਦੱਸਦਾ N ਕੈਨ ਨਾਟ ਬੀ ਜ਼ੀਰੋ, ਇਹ ਚੀਜ਼ ਯਾਦ ਰੱਖਣੀ ਹੈ, ਠੀਕ ਹੈ। ਉਸ ਤੋਂ ਬਾਅਦ ਹੁਣ ਆਪਣੇ ਕੋਲੇ ਹੋਰ N ਆਪਾਂ ਨੂੰ ਕੀ ਦੱਸਦਾ ਹੈਗਾ? ਇਟ ਟੈਲਸ ਅਬਾਊਟ ਦਾ ਡਿਸਟੈਂਸ ਫਰੋਮ ਦਾ ਨਿਊਕਲੀਅਸ। ਇਹ ਦੱਸਦਾ ਹੈਗਾ ਤੁਹਾਨੂੰ ਡਿਸਟੈਂਸ ਫਰੋਮ ਦਾ ਨਿਊਕਲੀਅਸ। ਜਿਵੇਂ ਜਿਵੇਂ N ਵੱਧਦੀ ਆ ਉਵੇਂ ਉਵੇਂ ਇਲੈਕਟ੍ਰੋਨ ਦਾ ਡਿਸਟੈਂਸ ਆ ਜਿਹੜਾ ਨਿਊਕਲੀਅਸ ਤੋਂ ਵੱਧਦਾ ਹੈ। ਡਿਸਟੈਂਸ ਫਰੋਮ ਨਿਊਕਲੀਅਸ ਜੇ N ਇਨਕਰੀਜ਼ ਕਰਦੇ ਤਾਂ ਡਿਸਟੈਂਸ ਇਨਕਰੀਜ਼ ਹੁੰਦਾ। ਐਨਰਜੀ ਆਫ ਇਲੈਕਟ੍ਰੋਨ, ਐਨਰਜੀ ਦਾ ਫਾਰਮੂਲਾ ਆਪਾਂ ਪੜ੍ਹਿਆ ਹੈਗਾ, ਠੀਕ ਹੈ, ਬੋਹਰ ਮਾਡਲ ਵਾਲਾ ਹੀ ਯੂਜ਼ ਕਰ ਰਹੇ ਹਾਂ। ਉੱਥੇ N² ਹੁੰਦਾ ਡਿਵਾਈਡ ਦੇ ਵਿੱਚ, ਅਤੇ ਜੇ N² ਹੈ ਮੀਨਸ N ਕੀ ਇੱਥੇ ਪ੍ਰਿੰਸੀਪਲ ਕੁਆਂਟਮ ਨੰਬਰ ਹੀ ਆ। ਅਤੇ ਇਹ ਆਪਾਂ ਨੂੰ ਹੋਰ ਕਿਹਦੇ 'ਚ ਹੈਲਪ ਕਰਦਾ? ਟੂ ਡਿਟਰਮਿਨ ਦਾ ਐਨਰਜੀ ਆਫ ਇਲੈਕਟ੍ਰੋਨ।
तो डिस्टेंस दसदा, एनर्जी ऑफ इलैक्ट्रॉन भी दसदा। मेन एनर्जी शैल हो गया, डिस्टेंस ऑफ हो गया इलैक्ट्रॉन का न्यूक्लीयस तो ते एनर्जी हो गई। हुण एनर्जी ते एन रिलेट किवें करदे आ, डायरैक्टली प्रपोर्शनल है कि जिवें जिवें एन इनक्रीज़ हुंदा उवें उवें एनर्जी भी इनक्रीज़ हुंदी है। ठीक है, सैकेंड आ गया अपने को एजीम्यूथल क्वांटम नंबर। एजीम्यूथल क्वांटम नंबर नूं डिनोट आपां एल दे नाल करदे हां, स्मॉल एल दे नाल। एंड वट इट इज टेल्स अबाउट, इट टेल्स अबाउट द सब शैल ऑफ द इलैक्ट्रॉन। ये की दसदा हुण आपां नूं कि मेन एनर्जी शैल आ उहदे विच अग्गों सब शैल किवें आ। जिवें हुण अपने कोले की आ गई स्ट्रीम आ गई साइंस, साइंस दे विच अग्गों सैक्शन किन्ने आ। ठीक है, तो उहदे विच हुण जां अपने के लिए क्लास +1 आ गई, +1 दे विच अगे स्ट्रीम्स किहड़ियां हैगियां, नॉन मैडिकल है, मैडिकल है, स्ट्रीम आ गई। ठीक है, जां साइंस कह लो, आर्ट्स कह लो, कॉमर्स कह लो। ठीक है, उवें अपने कोले सब शैल है अग्गों दी अग्गों। तो इहदी वैल्यू एल नूं जे तुसीं कैलकुलेट करना, ये डिपेंड करूगी एन ते। इट डिपेंड्स अपॉन एन डिपेंड करती है एन ते। एल इक्वल टू 0 टू n-1 होगी, इसकी वैल्यू की होगी एल इक्वल टू 0 टू n-1। ये चीज़ याद रखनी है। एन तुहानूं दित्ती होवे, तुसीं उहदे तो एल फाइंड करनी है तो 0 टू n-1। तो एक होर गल, एल हमेशा एन तो छोटी होगी, ना कदे बराबर होगी, ना कदे वड्डी होगी। ठीक है, इट विल ऑलवेज बी लैस दैन द एन, नैवर इक्वल टू एंड नैवर ग्रेटर दैन। ठीक है, नीदर ग्रेटर दैन नॉर इक्वल टू, नैवर एवर। हुण अगर तुसीं इहनूं फाइंड करना तो देखो एन तुहानूं मान लो सपोज 1 दित्ती है, एल इक्वल टू की हो जूगी 0 टू n-1 है। एन की जगह तो आपां पुट करता 1, 1 - 1 0, 0 टू 0 की आउंदा है 0। एल की वैल्यू की आ गई 0 आ गई। एन इक्वल टू 2 है, एल इक्वल टू 0 टू 2 - 1 मीनस 0 तो 1। एल की आ गई 0 तो 1। सिमिलर विच एन इक्वल टू 3 लिए फाइंड कर लोगे, तुसीं 4 लिए फाइंड कर लोगे इस फॉर्मूले नाल। हुण इत्थे एल 0 आ गई, इहदे च नंबर ऑफ वैल्यूज़ कितनियां आ गईयां 1। नंबर ऑफ वैल्यूज़ कितनियां आ गईयां 1 आ गईयां। मीनस जिहड़ा जदों अपने कोले एन इक्वल टू 1 है तो सब शैल भी किन्ने आ 1 सब शैल है। ये आपां नूं नंबर ऑफ वैल्यूज़ उहदे नंबर ऑफ सब शैल्स भी दसदा। जे 0 ते 1 2 नंबर ऑफ वैल्यूज़ इत्थे कितनी है 2 है। जिथे नंबर ऑफ वैल्यूज़ 2 ने 0 ते 1, दैट मीनस इस सब शैल जो n इक्वल टू 2 आ तो सब शैल किन्ने आ 2 है। ठीक है, किहड़े किहड़े सब शैल आ वो आपां अगे देखते हैं। हुण उहदे लई देखो l इक्वल टू जदों 0 हुंदा तो सब शैल किहड़ा हुंदा उहदे कोरसपोंडिंग s। जदों अपने कोले l1 हुंदा उहदे कोरसपोंडिंग सब शैल p, 2 ते d, 3 ते f, 4 ते g। ठीक है, तो हुण आ गया अपने को नंबर ऑफ वैल्यूज़ इक्वल टू वैल्यू ऑफ एन। मतलब कि जे हुण अपने को एन इक्वल टू 1 है तो इत्थे नंबर ऑफ वैल्यूज़ कितनियां 1 है, इत्थे एन इक्वल टू 2 है तो एल दी वैल्यूज़ कितनियां 2 है। जिन्नी एन की वैल्यू होगी उन्नियां नंबर ऑफ वैल्यूज़ होणगियां एल दियां। ठीक है, एल दियां वैल्यूज़ जिहड़ियां लैणियां वो 0 टू n-1 लैणियां। तो हो रहा आपां नूं किहदे च हैल्पफुल हैगा एंगूलर मोमेंटम ऑफ इलैक्ट्रॉन कैलकुलेट करन दे विच। ठीक है, एंगूलर मोमेंटम ऑफ इलैक्ट्रॉन कैलकुलेट करने के हैल्पफुल है h/2π √l+1। ये फॉर्मूला जो तुसी एल की वैल्यू पुट करोगे, एल की वैल्यू पुट करन तो बाद तुसी की है एंगूलर मोमेंटम ऑफ द इलैक्ट्रॉन कैलकुलेट हो जूगी। हुण मैं तुहानूं इत्थे कहा सी कि इहदे विच सब शैल किन्ने आ 1, तो हुण सब शैल का नाम लिखना होवे, मान लो कि n1 है तो एल की वैल्यू 0 हुंदी है, तो इहदे विच सब शैल किहड़ा उहदा नाम लिखना होवे, नेम ऑफ सब शैल। ठीक है, नेम ऑफ सब शैल कह लो। तो ये आ गया हुण अपने कोले 1 है। जदों तुसी सब शैल लिखना जां इहनूं ऑर्बिटल भी कहने आपां कि सब शैल का नाम लिखना, तो जिहड़ी एन की वैल्यू है उन्होंने एज इट इज़ लिखना। मीनस 1 लिख लिया, जिन्नी गिवन होगी 1 2 3 4 वो एन की वैल्यू उवें लिख ली। एल 0 आ, 0 के कोरसपोंडिंग सब शैल किहड़ा एस, तो 1s बन गया। n2 आ तो एल दियां वैल्यूज़ 2 आ, n2 l0 n2 l1। इत्थे n की वैल्यू उदा ही लिख ली, l0 के कोरसपोंडिंग s, n की वैल्यू उदा ही लिख ली, l1 के कोरसपोंडिंग। तो ये आ 2 सब शैल पे आ 2s ते 2p। ठीक है, 2s पे 2p पे, ये सब शैल्स ने। n इक्वल टू 2 वो सब शैल किहड़े 2s ते 2p। n1 है, ये सब शैल किहड़ा 1s। n इक्वल टू 3 हुई तो
L इक्वल टू 0 आ 1 है 2 आ तो ये N3 L0 तो 3S 3P 3D ये सब शैल है जो N इक्वल टू 3 है तो ठीक है। तो ये सब शैल्स दसदा आपां नूं। नैक्सट वन इंपॉर्टेंट इज मैगनैटिक क्वांटम नंबर इट टैल्स अबाउट द नंबर ऑफ ऑर्बिटल्स इन द सब शैल। जिवें हुण आपां सब शैल कड्ढे सी 1S 2S 2P 3S इन्हां दे विच अग्गों हुण जिहड़ा हैगा अपने कोले नंबर ऑफ ऑर्बिटल्स किन्ने आ ठीक है। इन्हां दे विच अगे अपने कोले नंबर ऑफ ऑर्बिटल्स किन्ने आ वो ये दसदा तुहानूं इंपॉर्टेंट है चीज़ याद रखनी है। यदी वैल्यू एम की कितों -L2 + L है -L2 + L है नंबर ऑफ ऑर्बिटल्स ठीक है। जे कढ़ना होवे किहड़े किहड़े ऑर्बिटल आ वो इत्थों पता लग जूगा तुहानूं। नंबर ऑफ वैल्यूज़ 2L + 1 है ठीक है। हुण जिवें मान लो ये डिपेंड किहदे ते करूगी L ते डिपेंड्स अपॉन L N ते डिपेंड करदा M L ते डिपेंड करदा ठीक है। हुण जे मान लो L0 आ तुहाडे कोले गिवन आ तुहानूं L0 तो M की वैल्यू -L2 + L मीनस -0 to +0 0 प्लस माइनस होंदी नहीं है मीनस M की वैल्यू कितनी आ गई 0। इत्थे नंबर ऑफ वैल्यूज़ कितनी आ गई 1 हैगी तो 0 पर हैगी तो एक ही वैल्यू आ दैट मीनस इस नंबर ऑफ ऑर्बिटल्स भी कितने आ गए 1 आ गए। जो L0 होंदी है तो सब शैल किहड़ा हुंदा S ठीक है। S सब शैल हुंदा मीनस S सब शैल दे विच ऑर्बिटल हमेशा किन्ने होणगे एक होऊगा। अगे आ गया L इक्वल टू 1 उदों सब शैल किहड़ा हुंदा P -L2 + L मीनस -1 तो +1 -1 0 तो +1 किन्ने ऑर्बिटल आ गए 3 ऑर्बिटल आ गए। जिन्नियां नंबर ऑफ वैल्यूज़ होणगियां M दियां उन्ने नंबर ऑफ ऑर्बिटल्स होणगे ठीक है। तो ये इन्हां दी अपने कोले -1 0 +1 ये ਜਿਹੜੇ ਹੈਗੇ ਇਹ ਓਰੀਐਂਟੇਸ਼ਨ ਨਾ ਮੈਗਨੈਟਿਕ ਫੀਲਡ ਦੇ ਵਿੱਚ ਉਸ ਹਿਸਾਬ ਨਾਲ ਆਪਾਂ ਔਰਬਿਟਲ ਨੂੰ ਸਾਈਨ ਕਰਦੇ ਹਾਂ ਜਿਹੜੀ ਤੁਹਾਡੇ ਸਿਲੇਬਸ 'ਚ ਨਹੀਂ ਹੈਗੀ। ਓਰੀਐਂਟੇਸ਼ਨ ਦਾ ਮਤਲਬ ਕੀ ਹੈ ਕਿ ਜਿਵੇਂ ਹੁਣ ਆਪਣੇ ਕੋਲੇ ਇਲੈਕਟ੍ਰੋਨ ਆ ਉਹ ਮੂਵ ਕਰ ਰਿਹਾ ਠੀਕ ਹੈ ਇਸ ਡਾਇਰੈਕਸ਼ਨ 'ਚ ਜਾਂ ਇੱਧਰ ਜਾ ਰਿਹਾ ਜਦੋਂ ਮੈਗਨੈਟਿਕ ਫੀਲਡ ਹੈ ਨਹੀਂ ਹੈ। ਜਦੋਂ ਮੈਗਨੈਟਿਕ ਫੀਲਡ ਪਾਤਾ ਹੋ ਸਕਦਾ ਉਹ ਆਪਦਾ ਪਾਥ ਇੱਧਰ ਨੂੰ ਕਰ ਲੇ ਹੋ ਸਕਦਾ ਇੱਧਰ ਨੂੰ ਮੀਨਸ ਉਹ ਓਰੀਐਂਟ ਹੋ ਜੇ ਆਪਦੇ ਪਾਥ ਤੋਂ ਚੇਂਜ ਕਰ ਲੇ ਉਹਨੂੰ ਆਪਾਂ ਓਰੀਐਂਟੇਸ਼ਨ ਕਹਿੰਦੇ ਹਾਂ ठीक है। तो ये मैगनैटिक फील्ड दे विच ओरीएंटेशन ऑफ इलैक्ट्रॉन कौन दसदा आपां नूं M दसदा -1 0 +1 ये आपां उस हिसाब नाल असाइन करदे हुंदे आ ऑर्बिटल्स नूं पर क्योंकि ऑर्बिटल इलैक्ट्रॉन दे विच ही हुंदा ठीक है। पर ये तुहाडे इत्थे सिलेबस नहीं हैगा भी तुसीं किवें उहनूं असाइन करना हैगा बस तुसीं इत्थे M दीयां वैल्यूज़ जरूर याद रखनियां -1 0 ते +1 जे तुहाडे कोले L2 आ तां -2 -1 0 1 2 नंबर ऑफ ऑर्बिटल्स 5 आ गए ठीक है। तो नंबर ऑफ ऑर्बिटल्स इत्थों भी फाइंड कर सकते हो तुसी 2L + 1 फॉर्मूला भी नंबर ऑफ ऑर्बिटल्स फाइंड करन दा अगों M दियां वैल्यूज़ किहड़ियां किहड़ियां -L2 + L ठीक है। नैक्सट आ गया 4th क्वांटम नंबर अपने कोले S जिहड़ा हैगा इंडिपेंडेंट है टू N L ते M ये तिन्नां ते डिपेंड नहीं करता ਇਹਦੀ ਆਪ ਦੀ ਵੈਲਿਊ ਆ ਠੀਕ ਹੈ। ਇਹ ਆਪਾਂ ਨੂੰ ਕੀ ਦੱਸਦਾ ਸਪਿਨ ਮੋਸ਼ਨ ਆਫ ਦਾ ਇਲੈਕਟ੍ਰੋਨ ਇਟ ਟੈਲਸ ਅਬਾਊਟ ਸਪਿਨ ਮੋਸ਼ਨ ਆਫ ਇਲੈਕਟ੍ਰੋਨ ਸਪਿਨ ਮੋਸ਼ਨ ਆਫ ਇਲੈਕਟ੍ਰੋਨ ਦੱਸਦਾ ਇਹ ठीक है। स्पिन मोशन ऑफ इलैक्ट्रॉन मीनस कि क्योंकि इलैक्ट्रॉन है जिवें अर्थ है एक तो वो न्यूक्लीअस के राउंड रिवॉल्व कर रहे इलैक्ट्रॉन एक वो आपदी स्पिन के राउंड भी रिवॉल्व कर रहा आपदी स्पिन दे वो जिवें आपां एवें घुमाउने हुंदे आ तो वो क्लॉकवाइज भी कर सकदा ते एंटी क्लॉकवाइज भी कर सकदा ते दो ही डायरैक्शनस है तो इन्हां दोनों डायरैक्शनस लिए अपने कोले दो वैल्यूज़ ने +हाफ ते -हाफ एंड इट इज़ नॉट लाइक कि +हाफ इज़ फॉर क्लॉकवाइज एंड -हाफ इज़ फॉर एंटी क्लॉकवाइज किसी भी तुसीं -हाफ दे सकते हो किसी भी +हाफ दे सकते हो ठीक है। तो ये इंडिपेंडेंट वैल्यूज़ ही बस यही वैल्यूज़ है जो स्पिन क्वांटम नंबर लिखना तो +हाफ तो -हाफ वैल्यूज़ ही लिखनी है ये स्पिन मोशन नूं दसदी है ठीक है। जिवें हुण एक ऑर्बिटल दे विच आपां पढ़ चुके हैं 2 इलैक्ट्रॉन हुंदे आ जो तुसीं ऑर्बिट ते ऑर्बिटल दा डिफरेंस पढ़िया सी तो हुण आपां नूं पता इत्थे नंबर ऑफ ऑर्बिटल किन्ने हैगे 1 तो इनू आप ऑर्बिटल इस तरह ड्रॉ कर लें वैसे दी शेप्स अलग अलग होंगे अगे पढ़ांगे आप बट आपकी कन्वीनियंस लिए आप एक ऑर्बिटल इदा ड्रॉ कर लिया मान लो तुम राउंड फॉर्म च भी कर सकते हो वो जो आप इलैक्ट्रॉन पाने ना तो एरो की फॉर्म च पाने तो इस तरह पाने एरो एक ऑर्बिटल च 2 इलैक्ट्रॉन हो गए एक नू अपवर्ड एरो च पाना एक नू डाउनवर्ड च पाना
क्यों? क्योंकि ये शो करता भी इन्हां दी जिहड़ी स्पिन है वो ऑपोजिट है। ਜਦੋਂ ਇੱਕ ਆਰਬਿਟਲ 'ਚ 2 ਇਲੈਕਟ੍ਰੋਨ ਹੋਣਗੇ ਤਾਂ ਉਹਨਾਂ ਦੀ ਸਪਿਨ ਕੀ ਹੋਊਗੀ? ਉਲਟ ਹੋਊਗੀ। ਇੱਕ ਦੀ ਪਲੱਸ ਹਾਫ ਹੋਊਗੀ, ਇੱਕ ਦੀ ਮਾਈਨਸ ਹਾਫ ਹੋਊਗੀ। ਸੇਮ ਸਪਿਨ ਵਾਲੇ ਨਹੀਂ ਹੋਣਗੇ ਉਹ, ਠੀਕ ਹੈ। ਇੱਕ ਦੀ ਪਲੱਸ ਹਾਫ ਹੋਊਗੀ, ਇੱਕ ਦੀ ਮਾਈਨਸ ਹਾਫ ਹੋਊਗੀ। ਹੋ ਸਕਦਾ ਇਹਦੀ ਮਾਈਨਸ ਹਾਫ ਹੋਵੇ, ਹੋ ਸਕਦਾ ਇਹਦੀ ਪਲੱਸ ਹਾਫ ਹੋਵੇ, ਉਹ ਕਿਵੇਂ ਮਰਜ਼ੀ ਹੈ। ਪਰ ਇਹ ਜ਼ਰੂਰੀ ਨਹੀਂ ਹੈਗਾ ਪਹਿਲੇ ਦੀ ਪਲੱਸ ਹੋਊਗੀ ਅਤੇ ਦੂਸਰੇ ਦੀ ਮਾਈਨਸ ਹੋਊਗੀ। ਬਟ ਇੱਕ ਦੀ ਪਲੱਸ ਹੋਊਗੀ, ਇੱਕ ਦੀ ਮਾਈਨਸ ਹੋਊਗੀ, ਉਹ ਆਪਾਂ ਨੂੰ ਇਹ ਦੱਸਦਾ। ਅਤੇ ਹੁਣ ਕਿਉਂਕਿ ਜਦੋਂ ਸਪਿਨ ਕਰ ਰਿਹਾ ਉਹ, ਤਾਂ ਉਹ ਜਦੋਂ ਐਂਗੂਲਰ ਮੋਮੈਂਟਮ ਕੀ ਹੁੰਦਾ? ਜਦੋਂ ਕੋਈ ਚੀਜ਼ ਜਿਵੇਂ ਹੁਣ ਲੀਨੀਅਰ ਮੋਮੈਂਟਮ ਹੈ, ਜਦੋਂ ਕੋਈ ਚੀਜ਼ ਲਾਈਨ 'ਚ ਮੂਵ ਕਰ ਰਹੀ ਹੈ। ਐਂਗੂਲਰ ਹੁੰਦਾ ਜਦੋਂ ਕਿਸੇ ਐਂਗਲ 'ਤੇ ਮੂਵ ਕਰਦੀ ਹੈ। ਹੁਣ ਜੇ ਸਪਿਨ ਵੀ ਕਿਸੇ ਐਂਗਲ 'ਤੇ ਹੀ ਕਰਦਾ ਪਿਆ ਉਹ, ਜਦੋਂ ਸਪਿਨ ਐਂਗਲ 'ਤੇ ਕਰ ਰਿਹਾ ਤਾਂ ਉਹਦੀ ਸਪਿਨ ਐਂਗੂਲਰ ਮੋਮੈਂਟਮ ਹੋਊਗੀ। ਜਿਵੇਂ ਐਂਗੂਲਰ ਮੋਮੈਂਟਮ ਸੀਗੀ ਉਵੇਂ ਆਪਣੇ ਕੋਲ ਕੀ ਹੈ, ਇੱਥੇ ਐਲ ਤੋਂ ਫਾਈਂਡ ਹੁੰਦੀ ਸੀ, ਸਪਿਨ ਵਾਲੇ ਕੁਆਂਟਮ ਨੰਬਰ ਤੋਂ ਫਾਈਂਡ ਹੋ ਜੂਗੀ। ਐਲ ਦੀ ਜਗ੍ਹਾ ਐਸ ਆ ਗਿਆ। ਇਹ ਫਾਰਮੂਲਾ ਵੀ ਇੰਪੋਰਟੈਂਟ ਹੈ, ਠੀਕ ਹੈ। ਅਪਾਰਟ ਫਰੋਮ ਇਟ, ਇਹ ਤੋਂ ਬਾਅਦ ਹੁਣ ਆਪਣੇ ਕੋਲ ਹੈਗਾ ਪੋਲੀ ਐਕਸਕਲੂਜ਼ਨ ਪ੍ਰਿੰਸੀਪਲ। ਪੋਲੀ ਐਕਸਕਲੂਜ਼ਨ ਪ੍ਰਿੰਸੀਪਲ ਕੀ ਕਹਿੰਦਾ? ਨੋ ਟੂ ਇਲੈਕਟ੍ਰੋਨਸ ਕੈਨ ਹੈਵ ਸੇਮ ਵੈਲਿਊਜ਼ ਆਫ 4 ਕੁਆਂਟਮ ਨੰਬਰਸ। ਕਿ ਚਾਰੇ ਕੁਆਂਟਮ ਨੰਬਰ ਦੀਆਂ ਵੈਲਿਊਜ਼ 2 ਇਲੈਕਟ੍ਰੋਨ ਵਾਸਤੇ ਸੇਮ ਨਹੀਂ ਹੋ ਸਕਦੀਆਂ। ਜਿਵੇਂ 2 ਸਟੂਡੈਂਟ ਦਾ ਇੱਕ ਕਲਾਸ ਦੇ ਵਿੱਚ ਰੋਲ ਨੰਬਰ ਸੇਮ ਨਹੀਂ ਹੋ ਸਕਦਾ ਇੱਕ ਸੈਕਸ਼ਨ ਦੇ ਵਿੱਚ, ਉਵੇਂ ਜਿਹੜੇ ਹੈਗੇ ਆ ਇਲੈਕਟ੍ਰੋਨਸ ਕੋਲ ਚਾਰੇ ਕੁਆਂਟਮ ਨੰਬਰ ਦੀਆਂ ਵੈਲਿਊਜ਼ ਸੇਮ ਨਹੀਂ ਹੋਣਗੀਆਂ। ਤਿੰਨਾਂ ਦੀਆਂ ਹੋ ਸਕਦੀਆਂ ਬਟ ਇੱਕ ਦੀ ਤਾਂ ਡੈਫੀਨੇਟਲੀ ਅਲੱਗ ਹੋਊਗੀ। ਠੀਕ ਹੈ। ਹੁਣ ਮੰਨ ਲਓ ਇਲੈਕਟ੍ਰੋਨ ਆਪਣੇ ਕੋਲ 2s ਦੇ ਵਿੱਚ ਪਿਆ। ਜਦੋਂ 2s ਦੇ ਵਿੱਚ ਇਲੈਕਟ੍ਰੋਨ ਪਿਆ, 2 ਇਲੈਕਟ੍ਰੋਨ ਪਏ ਆ, ਤਾਂ ਉਹਦੇ ਲਈ n ਕਿੰਨੀ ਹੋ ਗਈ? 2 ਇਸ ਇਲੈਕਟ੍ਰੋਨ ਲਈ, ਠੀਕ ਹੈ। l s ਤੋਂ ਕਿੰਨੀ ਆ ਗਈ? 0। l 0 ਹੁੰਦੀ ਹੈ ਤਾਂ m ਵੀ ਕੀ ਹੁੰਦੀ ਹੈ? 0 ਹੁੰਦੀ ਹੈ। ਸੇਮ ਦੂਸਰੇ, ਇਹ ਫਸਟ ਇਲੈਕਟ੍ਰੋਨ ਲਈ ਆ ਗਈ, ਆਹ 2 ਇਲੈਕਟ੍ਰੋਨ ਹੈ। ਦੂਸਰੀ ਸੈਕਿੰਡ ਇਲੈਕਟ੍ਰੋਨ ਲਈ ਆਹੀ ਵੈਲਿਊਜ਼ 3। ਪਰ ਆਪਾਂ ਕੀ ਕਿਹਾ ਸੀ ਕਿ ਜਦੋਂ ਆਰਬਿਟਲ ਹੋਣਗੇ ਤਾਂ ਉਹਨਾਂ 'ਚੋਂ ਇੱਕ ਦੀ ਪਲੱਸ ਹਾਫ ਹੋਊਗੀ, ਇੱਕ ਦੀ ਮਾਈਨਸ ਹਾਫ ਹੋਊਗੀ। ਆਪਾਂ ਪਿੱਛੇ ਡਿਸਕਸ ਕੀਤਾ। ਦੈਟ ਮੀਨਸ ਮੰਨ ਲਓ ਪਹਿਲੇ ਇਲੈਕਟ੍ਰੋਨ ਦੀ ਆਪਾਂ ਪਲੱਸ ਹਾਫ ਅਸਾਈਨ ਕਰਤੀ ਤਾਂ ਆਟੋਮੈਟਿਕਲੀ ਦੂਜੇ ਦੀ ਕੀ ਆਊਗੀ? ਮਾਈਨਸ ਹਾਫ। ਜੇ ਤੁਸੀਂ ਪਹਿਲੇ ਨੂੰ ਮਾਈਨਸ ਕਰਤੀ ਤਾਂ ਦੂਜੇ ਨੂੰ ਕੀ ਆ ਜਾਊਗੀ? ਪਲੱਸ। ਆ ਪਹਿਲੇ 3 ਕੁਆਂਟਮ ਨੰਬਰ ਤਾਂ ਸੇਮ ਹੈ, ਪਰ ਆਹ ਬਾਅਦ ਵਾਲਾ ਆ ਕੇ ਕੀ ਹੋ ਗਿਆ? ਚੇਂਜ ਹੋ ਗਿਆ, ਅਲੱਗ ਹੋ ਗਿਆ। ਦੈਟ ਮੀਨਸ ਕੀ ਹੈ ਕਿ ਜਦੋਂ ਵੀ ਤੁਸੀਂ ਇਸ ਚੀਜ਼ ਨੂੰ ਕਰਨਾ ਹੈਗਾ ਤਾਂ ਪੋਲੀ ਐਕਸਕਲੂਜ਼ਨ ਪ੍ਰਿੰਸੀਪਲ ਕੀ ਕਹਿੰਦਾ ਕਿ ਜਿਹੜੇ ਚਾਰੇ ਕੁਆਂਟਮ ਨੰਬਰ ਦੀਆਂ ਵੈਲਿਊਜ਼ 2 ਇਲੈਕਟ੍ਰੋਨ ਵਾਸਤੇ ਸੇਮ ਨਹੀਂ ਹੈਗੀਆਂ। ਹੈਂਸ ਪ੍ਰੂਵਡ, ਇਹ ਚੀਜ਼ ਪ੍ਰੂਵ ਹੋ ਗਈ, ਠੀਕ ਹੈ। ਪਹਿਲੇ ਤਿੰਨਾਂ ਦੀਆਂ ਸੇਮ ਹੋ ਸਕਦੀਆਂ ਪਰ ਚੌਥਾ ਡੈਫੀਨੇਟਲੀ ਅਲੱਗ ਹੋਊਗਾ ਹੀ ਹੋਊਗਾ, ਠੀਕ ਹੈ। ਕਦੀ ਨਹੀਂ ਹੋਊਗਾ ਵੀ ਉਹ ਸੇਮ ਹੋਵੇ, ਠੀਕ ਹੈ। ਦਿਸ ਇਜ਼ ਆਲ ਅਬਾਊਟ ਕੁਆਂਟਮ ਨੰਬਰਸ।